ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁਪਹਿਰੇ ਬਾਰੇ ਆਪ ਜੀ ਦੇ ਕੀ ਖਿਆਲ ਨੇ? ਆਪ ਜੀ ਕੀ ਸਮਝਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁਪਹਿਰੇ ਬਾਰੇ ਜੋ ਮੈਂ ਸੋਚਿਆ, ਵਿਚਾਰਿਆ, ਸਮਝਿਆ, ਉਹ ਇਹ ਹੈ ਕਿ ਇੱਕ ਇਤਿਹਾਸ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜੁੜਦਾ ਹੈ ਜੀ, ਜਿਹਦੇ 'ਚ ਹੁੰਦਾ ਹੈ ਕਿ ਮਹਾਰਾਜ ਜੀ ਸੱਚੇ ਪਾਤਸ਼ਾਹ ਜਦੋਂ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਗਰੀਬ ਨਵਾਜ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਹੈ, ਤਾਂ ਉਸ ਸਮੇਂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਸਿੱਖ ਹੋਇਆ ਕਰਦੇ ਜਿਨ੍ਹਾਂ ਦਾ ਨਾਮ ਸੀ ਬਾਬਾ ਨਾਥਾ ਸਿੰਘ ਜੀ ਨਗਾਰਚੀ। ਤੋਂ ਰਣਜੀਤ ਨਗਾਰੇ ਦੇ ਜ਼ਿਕਰ ਆਉਂਦਾ ਹੈ ਵੀ ਚੋਟ ਜਾਂ ਗੁਰੂ ਪਾਤਸ਼ਾਹ ਆਪ ਲਾਇਆ ਕਰਦੇ ਜਾਂ ਫਿਰ ਬਾਬਾ ਨਾਥਾ ਸਿੰਘ ਜੀ ਲਾਇਆ ਕਰਦੇ ਸੀ। ਜੀ, ਤਾਂ ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ 'ਤੇ ਆ ਜਾਂਦੇ ਹੈ, ਜੀ, ਤਾਂ ਸੱਚੇ ਪਾਤਸ਼ਾਹ ਨੇ ਇੱਥੋਂ ਫਿਰ ਹਜ਼ੂਰ ਸਾਹਿਬ ਵੱਲ ਜਾਣਾ ਸੀ। ਜਦੋਂ ਮਹਾਰਾਜ ਜੀ ਦੀਨਾ ਸਾਹਿਬ ਆ ਗਏ, ਦਮਦਮਾ ਸਾਹਿਬ ਆ ਗਏ, ਉਸ ਸਮੇਂ ਸੰਗਤਾਂ ਦੇ ਵਿੱਚ ਫਿਰ ਇੱਕ ਖੁਸ਼ੀ ਦੀ ਲਹਿਰ ਜਾਗੀ। ਸਾਰੇ ਸਿੱਖ ਇੱਕ ਦੂਜੇ ਨੂੰ ਕਿਹਾ ਕਰਦੇ ਕਿ ਪਾਤਸ਼ਾਹ ਦੀਨੇ ਸਾਹਿਬ ਆ ਗਏ ਹੈ, ਪਾਤਸ਼ਾਹ ਦਮਦਮਾ ਸਾਹਿਬ ਆ ਗਏ ਹੈ। ਤਾਂ ਇਹ ਫਿਰ ਅਨੰਦਪੁਰ ਸਾਹਿਬ ਬਣ ਗਿਆ। ਭਾਵ ਕਿ ਜਿੱਥੇ ਸਤਿਗੁਰੂ ਨੇ ਉੱਥੇ ਉਹੀ ਰੌਣਕਾਂ ਜਿਹੜੀਆਂ ਫਿਰ ਲੱਗ ਗਈਆਂ। ਤਾਂ ਮਹਾਰਾਜ ਦੀ ਹਜ਼ੂਰੀ 'ਚ ਹੁਣ ਬਾਬਾ ਨਾਥਾ ਸਿੰਘ ਜੀ ਉਹ ਬਜ਼ੁਰਗ ਹੋ ਚੁੱਕੇ ਹੈ। ਤਾਂ ਮਹਾਰਾਜ ਜੀ ਵਚਨ ਕਰਦੇ ਆ, ਬਾਬਾ ਨਾਥਾ ਸਿੰਘ ਜੀ ਨੂੰ ਕਹਿਣ ਲੱਗੇ ਵੀ ਨਾਥਾ ਸਿੰਘ ਜੀ ਤੁਸੀਂ ਬਹੁਤ ਬਜ਼ੁਰਗ ਹੋ ਗਏ ਹੋ, ਅੱਗੇ ਦਾ ਜਿਹੜਾ ਪਿੰਡ ਹੈ ਉਹ ਦੱਖਣ ਵੱਲ ਦਾ, ਵੀ ਸਾਡੀ ਇਹ ਇੱਛਾ ਹੈ ਕਿ ਆਪ ਜੀ ਹੁਣ ਕਿਸੇ ਯੋਗ ਥਾਂ ਇੱਥੇ ਟਿਕਾਣਾ ਕਰਵਾ ਦਈਏ, ਕਰ ਲਈਏ, ਤੇ ਤੁਸੀਂ ਇੱਥੇ ਗੁਰਸਿੱਖੀ ਦਾ ਪ੍ਰਚਾਰ ਕਰੋ। ਇਹਨੇ ਨੂੰ ਖੰਨੇ ਦੇ ਕੋਲ ਇੱਕ ਪਿੰਡ ਪੈਂਦਾ ਕਪੂਰਗੜ੍ਹ, ਜੀ, ਜਿੱਥੇ ਗੁਰੂ ਦਸਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਰਪਾ ਕੀਤੀ ਸੀ, ਚਰਨ ਪਾਏ ਸੀ, ਮਹਾਰਾਜ ਨੇ ਨਵਾਜਿਆ ਉਸ ਪਾਵਨ ਨਗਰ ਨੂੰ। ਉੱਥੋਂ ਦੇ ਰਹਿਣ ਵਾਲੇ ਭਾਈ ਰਾਮਾ ਜੀ, ਭਾਈ ਤਲੋਕਾ ਜੀ, ਜਿਹੜੇ ਕਿ ਸਰਹੰਦ ਟੈਕਸ ਅਦਾ ਕਰਨ ਗਏ ਸੀ, ਸਰਹੰਦੋਂ ਉਹਨਾਂ ਨੂੰ ਪਤਾ ਲੱਗਿਆ ਕੀ ਵਰਤਾਰੇ ਵਰਤੇ ਹੈ। ਫਿਰ ਉਹਨਾਂ ਨੇ ਚਮਕੌਰ ਦੀ ਗੜੀ ਜਾ ਕੇ ਸ਼ਹੀਦਾਂ ਦੇ ਸਿੰਘਾਂ ਦਾ ਸੰਸਕਾਰ ਕੀਤਾ। ਜੀ, ਉੱਥੋਂ ਜਿਵੇਂ ਪਤਾ ਲੱਗਿਆ ਵੀ ਮਹਾਰਾਜ ਜੀ ਕਿੱਧਰ ਕਿੱਧਰ ਗਏ ਹੈ, ਉਹ ਉਸ ਇਲਾਕੇ ਨੂੰ ਪਿੱਛੇ ਪਿੱਛੇ ਤੁਰੇ ਆਉਂਦੇ, ਮਹਾਰਾਜ ਦੇ ਹਜ਼ੂਰ ਦਮਦਮਾ ਸਾਹਿਬ ਪਹੁੰਚ ਜਾਂਦੇ ਹੈ। ਜੀ, ਤਾਂ ਉਹ ਜਦੋਂ ਗਰੀਬ ਨਵਾਜ ਪਾਤਸ਼ਾਹ ਬਾਬਾ ਨਾਥਾ ਸਿੰਘ ਨੂੰ ਬਚਨ ਕਰ ਰਹੇ ਹੈ, ਤਾਂ ਭਾਈ ਰਾਮਾ ਜੀ ਤਲੋਕਾ ਜੀ ਜਿਹੜੇ ਅੰਮ੍ਰਿਤ ਛਕ ਕੇ ਰਾਮ ਸਿੰਘ ਤਲੋਕ ਸਿੰਘ ਸੱਜ ਗਏ ਸੀ ਦਮਦਮਾ ਸਾਹਿਬ ਦੀ ਧਰਤੀ ਤੇ, ਉਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ ਵੀ ਪਾਤਸ਼ਾਹ ਜੇ ਆਪ ਜੀ ਇਸ ਪਿਆਰੇ ਸਿੱਖ ਨੂੰ, ਆਪਣੇ ਪਿਆਰੇ ਗੁਰੂ ਕੇ ਸਿੱਖ ਨੂੰ, ਬਾਬਾ ਨਾਥਾ ਸਿੰਘ ਨਗਾਰਚੀ ਨੂੰ ਜੇ ਸੇਵਾ ਮੁਕਤ ਕਰ ਰਹੇ ਹੋ, ਤਾਂ ਆਪ ਜੀ ਕਿਰਪਾ ਕਰੋ, ਕਪੂਰਗੜ੍ਹ ਨਗਰ ਦੇ ਵਿੱਚ 6ਵੇਂ ਪਾਤਸ਼ਾਹ ਦਾ ਵਰਸਾਈ ਹੋਈ ਹਵੇਲੀ ਹੈ, ਤਾਂ ਆਪ ਜੀ ਬਾਬਾ ਨਾਥਾ ਸਿੰਘ ਜੀ ਦੀ ਸੇਵਾ ਉੱਥੇ ਲਾ ਦਿਓ। ਉਹ ਜਿਹੜੀ ਹਵੇਲੀ ਹੈ ਇੱਕ ਤਾਂ ਉਹ ਆਬਾਦ ਹੋ ਜਾਏਗੀ, ਉੱਥੇ ਸੰਗਤਾਂ ਆਉਣ ਲੱਗ ਜਾਣਗੀਆਂ, ਨਾਲੇ ਜਿਹੜੀਆਂ ਬਖਸ਼ਿਸ਼ਾਂ ਬਾਬਾ ਨਾਥਾ ਸਿੰਘ ਜੀ ਨੇ ਆਪ ਜੀ ਦੇ ਹਜ਼ੂਰ ਰਹਿ ਕੇ ਗੁਰਸਿੱਖੀ ਦਾ ਆਨੰਦ ਮਾਣਿਆ, ਰੰਗ ਮਾਣਿਆ, ਉਹ ਸਾਰਾ ਕੁਝ ਜਿਹੜਾ ਹੈ ਇਹ ਉੱਚੀ ਸੰਗਤਾਂ ਦੇ ਨਾਲ ਸਾਂਝ ਪਾਉਣਗੇ ਤੇ ਗੁਰਸਿੱਖੀ ਦਾ ਉੱਥੇ ਪ੍ਰਚਾਰ ਪ੍ਰਸਾਰ ਹੋਏਗਾ। ਜੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਬਾਬਾ ਨਾਥਾ ਸਿੰਘ ਜੀ ਨੂੰ ਕਿ ਬਾਬਾ ਨਾਥਾ ਸਿੰਘ ਜੀ ਆਪ ਜੀ ਇਹਨਾਂ ਦੇ ਨਾਲ ਜਾ ਕੇ ਕਪੂਰਗੜ੍ਹ ਉਸ ਹਵੇਲੀ ਦੀ ਸੇਵਾ ਸੰਭਾਲ ਕਰੋ, ਨਾਲੇ ਉੱਥੇ ਸੰਗਤਾਂ ਨੂੰ ਗੁਰੂ ਸ਼ਬਦ ਦੇ ਨਾਲ ਜੋੜੋ। ਬਾਬਾ ਨਾਥਾ ਸਿੰਘ ਜੀ ਦੇ ਨੇਤਰ ਭਰੇ ਹੋਏ ਹੈ। ਜਿਵੇਂ ਇੱਕ ਬੱਚੀ ਜਵਾਨ ਹੋ ਜਾਂਦੀ ਹੈ ਤੇ ਜਦੋਂ ਮਾਂ ਪਿਓ ਗੱਲਾਂ ਕਰਦੇ ਆ ਬੈਠ ਕੇ ਵੀ ਆਪਾਂ ਧੀ ਦਾ ਵਿਆਹ ਕਰ ਦਈਏ, ਉਹ ਧੀ ਇੱਕ ਪਾਸੇ ਬੈਠੀ ਅੱਖਾਂ 'ਚੋਂ ਪਾਣੀ ਚੱਲ ਰਿਹਾ ਹੁੰਦਾ ਵੀ ਅੱਜ ਕੱਲ੍ਹ ਦਾ ਮਾਹੌਲ ਬਦਲ ਗਏ, ਜੋ ਪੁਰਾਣੇ ਸਮੇਂ ਹੁੰਦੇ ਸੀ ਤਾਂ ਧੀ ਦੀਆਂ ਅੱਖਾਂ 'ਚੋਂ ਪਾਣੀ ਚੱਲ ਰਿਹਾ ਹੈ ਕਿ ਹੁਣ ਮੈਂ ਆਪਣੇ ਪਿਓ ਦੇ ਘਰੋਂ, ਪਿਤਾ ਦੇ ਘਰੋਂ ਦੂਰ ਚਲੇ ਜਾਣਾ। ਤਾਂ ਬਾਬਾ ਨਾਥਾ ਸਿੰਘ ਜੀ ਦੇ ਨੇਤਰਾਂ 'ਚੋਂ ਜਲ ਚੱਲ ਰਿਹਾ। ਬੈਰਾਗ 'ਚ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਦਰਸ਼ਨ ਕੀਤਿਆਂ ਬਿਨਾਂ ਕਦੇ ਪ੍ਰਸ਼ਾਦਾ ਨਹੀਂ ਛਕਿਆ, ਕਦੇ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ। ਮਹਾਰਾਜ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਆਪ ਜੀ ਦੀ ਹਜ਼ੂਰੀ ਦੇ ਵਿੱਚ ਰਹਿਣਾ, ਤੇ ਪਾਤਸ਼ਾਹ ਇਸ ਆਨੰਦ ਤੋਂ ਬਿਨਾਂ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮੈਂ ਕਿਸ ਤਰ੍ਹਾਂ ਰਹੂੰਗਾ। ਬੇਅੰਤ ਮਹਾਰਾਜ ਦੇ ਬਚਨ ਆਉਂਦੇ ਹੈ, ਦਰਸ਼ਨ ਕੋ ਲੁਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ, ਦਰਸ਼ਨ ਦੇਖ ਜਿਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਤੇਰਾ। ਬਿਰਹੋ ਵਿੱਚ ਕਿਹਾ ਜਾਂਦਾ ਹੈ ਮੇਰਾ ਮਨ ਲੁਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰੀ ਕੀ ਨਹੀਂ। ਹੁਣ ਉਹ ਸਿੱਖ ਜਿਹਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਹੈ, ਮਹਾਰਾਜ ਜੀ ਉਹਨੂੰ ਸੇਵਾ ਮੁਕਤ ਕਰ ਰਹੇ ਹੈ ਕਿ ਤੁਸੀਂ ਕਪੂਰਗੜ੍ਹ ਜਾ ਕੇ ਸੇਵਾ ਕਰੋ। ਤੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿਵੇਂ ਰਹੂੰਗਾ ਆਪ ਜੀ ਦੇ ਦਰਸ਼ਨਾਂ ਬਿਨਾਂ।
भाई नाथा सिंह जी ऐसे गुरु के सिख हुए है जिन्होंने महाराज ने बेअंत शस्त्र बख्शिशां करके भेजिया। गरीब ਨੂੰ आज ਉੱਥੇ ਇੱਕ ਬਚਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਨਾਥਾ ਸਿੰਘ ਜੀ ਆਪ ਜੀ ਨੇ ਹਰ ਰੋਜ਼ ਸਵਾ ਪੈਰ ਨਿਤਨੇਮ ਕਰਨਾ ਹੈ, ਬਾਣੀ ਦਾ ਜਾਪ ਕਰਨਾ ਹੈ, ਨਾਮ ਦਾ ਅਭਿਆਸ ਕਰਨਾ ਹੈ। ਹੁਣ ਜਦੋਂ ਆਪਾਂ ਸਵਾ ਪੈਰ ਨੂੰ ਦੇਖਦੇ ਹਾਂ ਤਾਂ 3 ਘੰਟਿਆਂ ਦਾ ਇੱਕ ਪੈਰ ਹੁੰਦਾ ਜੀ 3 ਘੰਟਿਆਂ ਦਾ ਇੱਕ ਪੈਰ ਹੈ ਤੇ ਸਵਾ ਪੈਰ ਜਿਹੜਾ ਉਹ 3 ਘੰਟੇ 45 ਮਿੰਟ ਬਣ ਗਏ। ਤਾਂ ਪਾਤਸ਼ਾਹ ਬਚਨ ਕਰਦੇ ਆ ਬਾਬਾ ਨਾਥਾ ਸਿੰਘ ਜੀ ਨੂੰ ਕਿ ਬਾਬਾ ਨਾਥਾ ਸਿੰਘ ਜੀ ਹਰ ਰੋਜ਼ ਸਵਾ ਪੈਰ ਦਾ ਨੇਮ ਕਰਿਓ। ਸਵਾ ਪੈਰ ਦਾ ਨੇਮ ਕਰਕੇ ਜਦੋਂ ਤੁਸੀਂ ਅਰਦਾਸ ਬੇਨਤੀ ਜੋਦਰੀ ਕਰੋਗੇ, ਪਾਤਸ਼ਾਹ ਨੇ ਇੱਕ ਕਟਾਰ ਬਖਸ਼ਿਸ਼ ਕੀਤੀ, ਜਦੋਂ ਇਸ ਕਟਾਰ ਦੇ ਦਰਸ਼ਨ ਕਰੋਗੇ ਤਾਂ ਸਾਡੇ ਦਰਸ਼ਨ ਹੋਣਗੇ, ਜੀ ਸਾਡੇ ਦੀਦਾਰ ਹੋਣਗੇ। ਸਵਾ ਪੈਰ ਬਾਣੀ ਪੜ੍ਹ ਕੇ ਤੁਸੀਂ ਸ਼ੀਸ਼ੇ 'ਚ ਆਪਣਾ ਚਿਹਰਾ ਦੇਖੋਗੇ ਤਾਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਜੀ ਤਾਂ ਜਿਵੇਂ ਹੁਣ ਆਪਾਂ ਚੁਪਹਿਰੇ ਦੀ ਗੱਲ ਕਰਦੇ ਸੀ, ਜੀ ਜਿਹੜੀਆਂ ਸੰਗਤਾਂ ਹੁਣ ਚੁਪਹਿਰੇ ਦੀ ਬਾਣੀ ਪੜ੍ਹਦੀਆਂ, ਚੁਪਹਿਰੇ ਦੀ ਹਾਜ਼ਰੀ ਲਾਉਂਦੀਆਂ, ਜੀ ਉਹ ਵੀ ਲਗਭਗ ਸਵਾ ਪੈਰ ਬਾਣੀ ਪੜ੍ਹਦੇ ਆ। ਵੈਸੇ ਚੁਪਹਿਰਾ ਤਾਂ ਹੁੰਦਾ 4 ਪੈਰ 12 ਘੰਟੇ, ਜੀ ਪਰ ਇਹ ਕਿਸੇ ਨਾ ਕਿਸੇ ਸਿੱਖ ਨੇ ਉੱਥੋਂ ਹੀ ਸਵਾ ਪੈਰ ਜਿਹੜਾ ਸਿਧਾਂਤ ਸੀ ਉਹਦਾ ਨਾਮ ਜਿਹੜਾ ਚੁਪਹਿਰਾ ਰੱਖਿਆ। ਜੀ ਚਲੋ ਭਲਾ ਹੈ, ਕੋਈ ਬਾਣੀ ਪੜ੍ਹਦਾ ਜਿਵੇਂ ਵੀ ਹੈ। ਤਾਂ ਗੁਰਮੁਖ ਪਿਆਰੇ ਵੀ ਕਿਆ ਕਰਦੇ ਵੀ ਹਫ਼ਤੇ 'ਚ ਇੱਕ ਦਿਨ ਕਿਉਂ, ਜਿੱਦਣ ਸਮਾਂ ਮਿਲਦਾ ਹਰ ਰੋਜ਼ ਹੀ ਸਿੱਖ ਨੂੰ ਅੰਮ੍ਰਿਤ ਵੇਲੇ ਸਵਾ ਪੈਰ ਬਾਣੀ ਪੜ੍ਹਨੀ ਚਾਹੀਦੀ ਹੈ। ਵੱਧ ਤੋਂ ਵੱਧ ਸਮਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ, ਨਾਮ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਭਾਵ ਕਿ ਤੁਸੀਂ ਕੋਈ 4 ਘੰਟੇ ਜਿਹੜੇ ਹੈ ਉਹ ਗੁਰੂ ਸਾਹਿਬ ਦੀ ਸੇਵਾ ਵਿੱਚ, ਜੀ ਨਾਮ ਜਪਣ ਦੇ ਵਿੱਚ, ਬਾਣੀ ਪੜ੍ਹਨ ਦੇ ਵਿੱਚ ਬਤੀਤ ਕਰਨੇ। ਤਾਂ ਮਹਾਰਾਜ ਜੀ ਉਹ ਸਿੱਖ ਨੂੰ ਜਦੋਂ ਬਚਨ ਕਰਦੇ ਆ ਕਿ ਨਾਥਾ ਸਿੰਘ ਜੀ ਤੁਸੀਂ ਸਵਾ ਪੈਰ ਬਾਣੀ ਪੜ੍ਹਨੀ ਹੈ, ਬਾਣੀ ਪੜ੍ਹ ਕੇ ਜਦੋਂ ਬੇਨਤੀ ਕਰੋਗੇ ਸਾਡੇ ਦਰਸ਼ਨ ਹੋਇਆ ਕਰਨਗੇ। ਤਾਂ ਮਹਾਰਾਜ ਜੀ ਦੇ ਚਰਨਾਂ ਉੱਤੇ ਨਮਸਕਾਰ ਕੀਤੀ। ਜਦੋਂ ਬਾਬਾ ਨਾਥਾ ਸਿੰਘ ਤੁਰਦੇ ਹੈ, ਪਾਤਸ਼ਾਹ ਜੀ ਉਹਨਾਂ ਨੂੰ ਇੱਕ ਬੰਦੂਕ ਦਿੰਦੇ ਹੈ, ਤੇਗਾ ਦਿੰਦੇ ਹੈ, ਤੇਗ ਦਿੰਦੇ ਹੈ, ਕਟਾਰ ਦਿੰਦੇ ਹੈ, ਜੀ ਤੀਰਾਂ ਦੇ ਭਰੇ ਹੋਏ 2 ਪੱਥੇ ਜਿਹਦੇ ਵਿੱਚ 64 ਤੀਰ ਹੈ ਉਹ ਦਿੰਦੇ ਹੈ। ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੱਥ ਲਿਖਤ ਸਰੂਪ ਬਾਬਾ ਨਾਥਾ ਸਿੰਘ ਨੂੰ ਦਿੰਦੇ ਨੇ। ਦਸਮ ਗ੍ਰੰਥ ਸਾਹਿਬ ਦੇ ਇੱਕ ਹੱਥ ਲਿਖਤ ਸਰੂਪ ਬਾਬਾ ਨਾਥਾ ਸਿੰਘ ਜੀ ਨੂੰ ਦਿੰਦੇ ਨੇ। ਫਿਰ ਪਾਤਸ਼ਾਹ ਕਿਰਪਾ ਕਰਕੇ ਇੱਕ ਕਟਾਰ ਬਖਸ਼ਿਸ਼ ਕਰਦੇ, ਨਾਲ ਹੀ ਬਚਨ ਕਰਦੇ, ਨਾਥਾ ਸਿੰਘ ਜੀ ਤੁਹਾਨੂੰ ਤਾਂ ਦਰਸ਼ਨ ਹੋਣਗੇ ਹੀ ਹੋਣਗੇ। ਜਿਹੜਾ ਸਿੱਖ ਭਾਵਨਾ ਨਾਲ ਆ ਕੇ ਉੱਥੇ ਨਿਤਨੇਮ ਕਰੇਗਾ, ਨਿਤਨੇਮ ਕਰਕੇ ਅਰਦਾਸ ਬੇਨਤੀ ਕਰਕੇ ਇਸ ਕਟਾਰ ਦੇ ਦਰਸ਼ਨ ਕਰੂਗਾ, ਸਾਡੇ ਦਰਸ਼ਨਾਂ ਦਾ ਉਹਨੂੰ ਫਲ ਪ੍ਰਾਪਤ ਹੋਏਗਾ। 2.5 ਘੰਟੇ ਕੋਈ ਸਿਮਰਨ ਕਰਕੇ ਇਸ ਕਟਾਰ ਦੇ ਦਰਸ਼ਨ ਕਰ ਲਵੇ, ਉਹਨੂੰ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ। ਭਾਵ ਸਾਡੇ ਦਰਸ਼ਨਾਂ ਜਿੰਨਾ ਹੈ ਕਿ ਉਹ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਲੇ, ਦੀਦਾਰ ਕਰ ਲਵੇ। ਤਾਂ ਮਹਾਰਾਜ ਜੀ ਨੇ ਇੱਕ ਸਿਮਰਨਾ ਦਿੱਤਾ ਸਰਬਲੋਹ ਦਾ। ਉਹ ਸਿਮਰਨੇ ਦੀ ਖਾਸੀਅਤ ਇਹ ਹੈ ਕਿ ਅੱਜ ਉਹਦੇ ਤੁਸੀਂ ਜਿਹੜੇ ਸਿਮਰਨੇ ਦੇ ਮਣਕੇ ਨੇ ਉਹਨਾਂ ਨੂੰ ਗਿਣੋਗੇ, ਭਾਵ ਕਿ ਉਹਦੀ ਕੋਈ ਗਿਣਤੀ ਨਹੀਂ ਕਰ ਸਕਦਾ। ਅੱਜ ਗਿਣਤੀ ਹੋਰ ਹੈ, ਕੱਲ ਨੂੰ ਉਹ ਵੱਧ ਵੀ ਸਕਦੀ ਹੈ, ਘਟ ਵੀ ਸਕਦੀ ਹੈ। ਤਾਂ ਅੱਜ ਤਾਈਂ ਕੋਈ ਵੀ ਹੈ ਨਹੀਂ ਜਿਹੜੇ ਉਸ ਸਿਮਰਨੇ ਦੇ ਮਣਕਿਆਂ ਦੀ ਐਗਜ਼ੈਕਟ ਗਿਣਤੀ ਕਰ ਲਈ ਹੋਈ। ਜੀ ਬਿਲਕੁਲ ਨਹੀਂ ਹੁੰਦੀ। ਮਹਾਰਾਜ ਸੱਚੇ ਪਾਤਸ਼ਾਹ ਦਾ ਉਹ ਸਿਮਰਨ ਹੈ। ਐਵੇਂ ਕਰਕੇ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕਰਕੇ ਬਾਬਾ ਨਾਥਾ ਸਿੰਘ ਜੀ ਨੂੰ ਤੋਰਿਆ ਤੇ ਸਵਾ ਪੈਰ ਬਾਣੀ ਪੜ੍ਹਨ ਦਾ ਹੁਕਮ ਕੀਤਾ। ਤੋ ਉਹੀ ਫਿਰ ਸੰਗਤਾਂ ਹੁਣ ਸਵਾ ਪੈਰ ਰਲ ਮਿਲ ਕੇ ਬਾਣੀ ਪੜ੍ਹਦੀਆਂ। ਜਿਹੜਾ ਵੀ ਬਾਣੀ ਪੜ੍ਹਦਾ ਹੈ ਕਾਰਜ ਉਹਦੇ ਗੁਰੂ ਪਰਮੇਸ਼ਵਰ ਨੇ ਆਪ ਹੀ ਕਰਨੇ ਹੁੰਦੇ ਹੈ। ਸੋ ਇੱਕ ਦਿਨ ਨਹੀਂ, ਸਾਨੂੰ ਹਰ ਰੋਜ਼ ਹੀ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਵੱਧ ਤੋਂ ਵੱਧ ਪੜ੍ਹਨੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਕਾਜ ਪਰੇ ਹਰ ਸਿਮਰਿਏ, ਕੰਮ ਪੈ ਗਿਆ ਆਪਾਂ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਕਹਿੰਦੇ ਫਿਰ ਐਸੇ ਵਾਹਿਗੁਰੂ ਨੂੰ ਐਸਾ ਸਿਮਰੋ ਨਿਤ, ਐਸੇ ਪਰਮਾਤਮਾ ਨੂੰ ਜਿਹੜਾ ਕੰਮ ਪਿਆ ਆਪਣਾ ਕੰਮ ਕੱਢ ਸਕਦਾ ਹੈ, ਤਾਂ ਉਹਨੂੰ ਹਰ ਰੋਜ਼ ਹੀ ਸਾਨੂੰ ਚੇਤੇ ਕਰਨਾ ਚਾਹੀਦਾ। ਸੋ ਹਰ ਇੱਕ ਸਿੱਖ ਨੂੰ ਰੋਜ਼ ਸਵਾ ਪੈਰ ਬਾਣੀ ਪੜ੍ਹਨੀ ਚਾਹੀਦੀ ਹੈ। ਗੁਰੂ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।